ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਸਾਰਿਆਂ ਦਾ। ਸੋ ਸਟੂਡੈਂਟਸ, ਅੱਜ ਦਾ ਸ਼ੋਅ ਬਹੁਤ ਖਾਸ ਹੈ। ਅੱਜ ਦੇ ਸ਼ੋਅ ਦੇ ਵਿੱਚ USA ਤੇ UK ਬਾਰੇ ਕੁਝ ਇਹੋ ਜਿਹੀਆਂ ਗੱਲਾਂ ਕਰਾਂਗੇ ਜਿਹੜੀਆਂ ਨਾਰਮਲੀ ਜਿਨ੍ਹਾਂ ਦੇ ਜਵਾਬ ਤੁਹਾਨੂੰ YouTube ਤੇ ਜਾਂ ਬਾਕੀ ਜਗ੍ਹਾ ਤੇ ਨਹੀਂ ਮਿਲਦੇ। USA ਔਖਾ ਬਹੁਤ ਵੀਜ਼ਾ ਮਿਲਣਾ ਇੱਕ ਨਾਰਮਲ ਪਰਸੈਪਸ਼ਨ ਹੈ, ਕਿੰਨਾ ਕੁ ਸੱਚ ਹੈ, ਕਿਉਂ ਔਖਾ ਜਾਂ ਕਿਉਂ ਸੌਖਾ। UK ਦੀ ਵੀ ਗੱਲ ਕਰਾਂਗੇ। UK 'ਚ ਸੈਟਲਮੈਂਟ ਨਹੀਂ ਹੁੰਦੀ, ਇਸ ਕਰਕੇ ਬਹੁਤ ਸਾਰੇ ਸਟੂਡੈਂਟ ਕਹਿੰਦੇ ਨੇ ਅਸੀਂ ਉਹਨੂੰ ਕੰਸੀਡਰ ਹੀ ਨਹੀਂ ਕਰਦੇ, ਸਾਡਾ ਜਿਹੜਾ ਟਾਰਗੇਟ ਆ ਉਹ ਕੈਨੇਡਾ ਆ। ਸੋ ਕਿੰਨੀ ਕੁ ਰਿਐਲਿਟੀ ਹੈ ਅਤੇ ਕਿਸ ਤਰੀਕੇ ਨਾਲ ਇਹਨਾਂ ਦੋਨੋਂ ਕੰਟਰੀਜ਼ ਨੂੰ ਸਟੂਡੈਂਟ ਨੂੰ ਵੇਖਣਾ ਚਾਹੀਦਾ ਹੈ, ਸਾਰੀਆਂ ਗੱਲਾਂ ਦੇ ਸਵਾਲ ਅੱਜ ਤੁਹਾਡੇ ਤੱਕ ਜਵਾਬ ਇਹਨਾਂ ਸਾਰੀਆਂ ਗੱਲਾਂ ਦੇ ਲੈ ਕੇ ਆਵਾਂਗੇ। ਸਾਡੇ ਨਾਲ ਇੱਕ ਬੜੀ ਪ੍ਰੋਮੀਨੈਂਟ ਸ਼ਖਸੀਅਤ ਨੇ ਜਿਨ੍ਹਾਂ ਨੂੰ 22 ਤੋਂ 23 ਸਾਲ ਦਾ ਤਜਰਬਾ ਹੈ ਇਮੀਗ੍ਰੇਸ਼ਨ ਦੇ ਇਸ ਫੀਲਡ ਦੇ ਵਿੱਚ। ਉਦੋਂ ਦੇ ਉਹ ਜੁੜੇ ਹੋਏ ਨੇ ਜਦੋਂ ਇਹ ਪੰਜਾਬ ਦੇ ਵਿੱਚ ਸਿਸਟਮੈਟਿਕ ਤਰੀਕੇ ਨਾਲ ਇਵੋਲਵ ਹੋ ਰਿਹਾ ਸੀਗਾ। ਤਾਂ ਉਹਨਾਂ ਨੇ ਸਾਰੇ ਫੇਜ਼ ਦੇਖੇ ਨੇ, ਹਰ ਕੰਟਰੀ ਦਾ ਪਲੱਸ ਅਤੇ ਮਾਈਨਸ ਬਹੁਤ ਵਧੀਆ ਤਰੀਕੇ ਨਾਲ ਸਮਝਦੇ ਨੇ। ਅਤੇ ਸਭ ਤੋਂ ਇੰਪੋਰਟੈਂਟ ਗੱਲ, ਉਹਨਾਂ ਨੂੰ ਸਮਝਾਉਣ ਦਾ ਜਿਹੜਾ ਤਰੀਕਾ ਹੈ ਉਹਨਾਂ ਦਾ, ਉਹ ਬਹੁਤ ਸਰਲ ਭਾਸ਼ਾ ਦੇ ਵਿੱਚ ਵਿਦਆਊਟ ਕੰਪਲੀਕੇਟ ਕੀਤੇ ਚੀਜ਼ਾਂ ਨੂੰ ਸਮਝਾ ਸਕਦੇ ਨੇ। ਸੋ ਇਸ ਸ਼ੋਅ ਨੂੰ ਕੋਸ਼ਿਸ਼ ਕਰੋ ਐਂਡ ਤੱਕ ਜ਼ਰੂਰ ਦੇਖੋ, ਚਾਹੇ ਤੁਸੀਂ ਫਾਈਲ ਲਗਾਤੀ ਹੈ ਜਾਂ ਤੁਸੀਂ ਲਗਾਉਣ ਦੀ ਹਜੇ ਸੋਚ ਰਹੇ ਹੋ। ਤੁਹਾਨੂੰ ਬਹੁਤ ਸਾਰੀਆਂ ਗੱਲਾਂ ਇਹੋ ਜਿਹੀਆਂ ਸੁਣਨ ਨੂੰ ਮਿਲਣਗੀਆਂ ਜਿਹੜੀਆਂ ਪਰਸਨਲੀ ਤੁਹਾਡੇ ਬਹੁਤ ਕੰਮ ਆਉਣਗੀਆਂ। ਸੋ ਸਭ ਤੋਂ ਪਹਿਲਾਂ ਮੈਂ ਸਵਾਗਤ ਕਰੂੰਗਾ, ਸਾਡੇ ਅੱਜ ਦੇ ਗੈਸਟ ਨੇ ਰਾਇਲ ਟਰੈਵਲ ਦੇ ਮੈਨੇਜਿੰਗ ਡਾਇਰੈਕਟਰ ਅਰਵਿੰਦਰਪਾਲ ਸਿੰਘ ਜੀ। ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਨੂੰ। ਦੀਪਕ ਜੀ ਬਹੁਤ ਸ਼ੁਕਰੀਆ ਸ਼ੋਅ ਦੇ ਵਿੱਚ ਬੁਲਾਉਣ। ਸੋ ਸਟੂਡੈਂਟਸ, ਇੱਕ ਗੱਲ ਮੈਂ ਹੋਰ ਦੱਸਦਾ ਕਿ ਇਸ ਸ਼ੋਅ ਦੇ ਦੌਰਾਨ ਤੁਸੀਂ ਕਾਲ ਵੀ ਕਰ ਸਕਦੇ ਹੋ 92 168 92 168 'ਤੇ ਆਪਣਾ ਪਰਸਨਲ ਪ੍ਰੋਫਾਈਲ ਡਿਸਕਸ ਕਰ ਸਕਦੇ ਹੋ। ਸੋ ਗੱਲ ਕਰਾਂਗੇ ਜੀ USA ਤੋਂ। USA ਸਭ ਤੋਂ ਵੱਡਾ ਸਵਾਲ ਸਟੂਡੈਂਟ ਦੇ ਦਿਮਾਗ 'ਚ ਪਹਿਲਾਂ ਜਿਹੜਾ ਬੈਰੀਅਰ ਆਉਂਦਾ ਇਹੀ ਹੈ ਕਿ USA ਦਾ ਵੀਜ਼ਾ ਈਜ਼ੀਲੀ ਨਹੀਂ ਮਿਲਦਾ। ਨਹੀਂ, ਬੇਸਿਕਲੀ USA ਅਗਰ ਸਾਡੇ ਹਿਸਾਬ ਨਾਲ ਸੋਚਿਆ ਜਾਵੇ, USA ਉਹ ਵੀਜ਼ਾ ਜਿਹੜਾ ਤੁਸੀਂ ਗੱਲੀ ਬਾਤੀ ਲੈ ਸਕਦੇ ਹੋ। ਸੋ ਸਟੂਡੈਂਟਸ ਇਸ ਸਿਚੁਏਸ਼ਨ ਤੋਂ ਭੱਜਦੇ ਨੇ ਬੇਸਿਕਲੀ ਬਿਕੋਜ਼ ਅਸੀਂ ਕੈਨੇਡਾ ਵਾਲਾ ਆਟੋਮੇਸ਼ਨ ਦਾ ਦੌਰ ਵੇਖਿਆ ਕਿ ਜਿਹਦੇ 'ਚ ਜਿਹੜਾ 2018-19 ਤੱਕ ਦਾ ਸਮਾਂ ਸੀ, ਜਿਹਦੇ 'ਚ ਕਿ ਵੀਜ਼ਾਸ ਆਟੋਮੈਟਿਕ ਤਰੀਕੇ ਨਾਲ ਆਈ ਜਾਂਦੇ ਸੀ, ਤੁਹਾਨੂੰ ਬਹੁਤ ਸਾਰੀਆਂ ਐਕਸਪਲੇਨੇਸ਼ਨਸ ਦੀ ਲੋੜ ਨਹੀਂ। ਔਰ ਉਹਦੇ ਉੱਪਰ ਅਸੀਂ ਵੇਖੀਆਂ ਬਹੁਤ ਸਾਰੀਆਂ ਕੰਪਨੀਜ਼ ਇੱਥੇ ਆ ਕੇ ਐਸਟੈਬਲਿਸ਼ ਵੀ ਹੋਈਆਂ ਬਿਕੋਜ਼ ਆਟੋਮੇਸ਼ਨ ਸੀ। ਸੋ US ਤੁਹਾਨੂੰ ਐਜ਼ ਏ ਪਲੈਟਰ ਸਰਵ ਨਹੀਂ ਹੁੰਦਾ। ਸੋ ਸਟੂਡੈਂਟਸ ਉਹਨੂੰ ਰਿਸਰਚ ਕਰਨੀ ਪੈਂਦੀ ਹੈ, ਸਟੂਡੈਂਟਸ ਨੂੰ ਸਮਝਣਾ ਪੈਂਦਾ ਆਪਣਾ ਖੁਦ ਕੇਸ। ਔਰ ਚਾਹੇ ਤੁਹਾਡੇ ਕੇਸ ਦੇ ਵਿੱਚ 100 ਖਾਮੀਆਂ ਨੇ, ਅਗਰ ਕੈਨੇਡਾ ਦੀ ਥਾਂ 'ਤੇ ਤੁਹਾਡਾ ਕੇਸ ਗਿਆ ਖਾਮੀਆਂ ਵਾਲਾ, ਉਹ ਤਾਂ 1 ਮਿੰਟ 'ਚ ਉੱਡ ਜਾਏਗਾ। ਸੋ ਅਗਰ ਇਹਨਾਂ ਖਾਮੀਆਂ ਦੇ ਨਾਲ ਇੱਕ ਵਕੀਲ ਜਾਵੇ ਉਹ ਤੁਹਾਡੇ ਕੇਸ ਨੂੰ ਪੇਸ਼ ਕਰਨ ਲਈ, ਤੇ ਇਹ ਕੇਸ ਪੱਕਾ ਸਿੱਧ ਹੁੰਦਾ ਆ। ਪਰ US ਐਮਬੈਸੀ ਦੇ ਵਕੀਲ ਆਪਣੇ ਕੇਸ 'ਤੇ ਤੁਸੀਂ ਖੁਦ ਹੁੰਦੇ ਹੋ। ਸੋ ਤੁਸੀਂ ਆਪਣਾ ਪੱਖ ਬਖੂਬੀ ਰੱਖਦੇ ਹੋ ਔਰ ਇਹ ਗੱਲੀ ਬਾਤੀ ਵੀਜ਼ਾ ਲੈ ਸਕਦੇ ਹੋ। ਔਰ ਇਹ ਅਸਲ ਦੇ ਵਿੱਚ ਦੁਨੀਆ ਦੇ ਸਭ ਤੋਂ ਸੌਖੇ ਵੀਜ਼ਿਆਂ ਦੇ ਵਿੱਚੋਂ ਆ ਬਿਕੋਜ਼ ਇਸ ਐਮਬੈਸੀ ਦੇ ਵਿੱਚ ਜਿਸ ਤਰੀਕੇ ਨਾਲ ਤੁਹਾਡੇ ਕ੍ਰੈਡੈਂਸ਼ੀਅਲਸ ਦਾ ਜਦੋਂ ਅਸੀਂ ਵੇਖਦੇ ਨਾ ਕ੍ਰੈਡੈਂਸ਼ੀਅਲਸ ਨੂੰ ਜਿੱਦਾਂ ਫਰੋਲਿਆ ਜਾਂਦਾ ਕਿ ਇਹਦੇ 'ਚ 5.5 ਆ ਗਏ, ਇਹ 'ਚ 49 ਆ ਗਏ, ਪਿੱਛੇ ਤੁਹਾਡੀ ਕੰਪਾਰਟਮੈਂਟ ਸੀ, ਤੁਹਾਡੇ ਕੋਲ ਇੱਥੇ ਗੈਪ ਆ ਗਿਆ, ਇਹ ਚੀਜ਼ਾਂ ਇਸ ਐਮਬੈਸੀ ਦੇ ਵਿੱਚ ਬਿਲਕੁਲ ਮਾਇਨੇ ਨਹੀਂ ਰੱਖਦੀਆਂ। ਸੋ ਵੀਜ਼ਾ ਆਫਿਸਰ ਦੇ ਕੋਲ ਜਦੋਂ ਤੁਹਾਡੀ ਐਪਲੀਕੇਸ਼ਨ ਜਾਂਦੀ ਹੈ ਉਹਦੇ 2 ਫੇਜ਼ਸ ਨੇ। ਸੋ ਪਹਿਲੇ ਫੇਜ਼ ਦੇ ਵਿੱਚ ਤੁਹਾਡੇ ਕੋਲ ਬੇਸਿਕਲੀ ਤੁਸੀਂ ਯੂਨੀਵਰਸਿਟੀ ਐਡਮਿਸ਼ਨ ਹੋਈ ਹੈ। ਸੋ ਯੂਨੀਵਰਸਿਟੀ ਦੇ ਵਿੱਚ ਤੁਸੀਂ ਆਪਣੇ ਸਾਰੇ ਡਾਕੂਮੈਂਟ ਸਬਮਿਟ ਕੀਤੇ ਐਂਡ ਅਗਰ ਤੁਹਾਡੀ I-20 ਆ ਗਈ, ਵਨਸ ਯੂ ਹੈਵ I-20, ਉਸ ਤੋਂ ਬਾਅਦ ਤੁਸੀਂ ਵੀਜ਼ਾ ਆਫਿਸਰ ਦੇ ਨਾਲ ਗੱਲਬਾਤ ਕਰਨੀ ਹੈ। ਔਰ ਵੀਜ਼ਾ ਆਫਿਸਰ ਦੇ ਕੋਲ ਜਿਹੜਾ ਡਾਕੂਮੈਂਟ ਆ ਉਹ ਸਿਰਫ I-20 ਹੈ, ਨਾ ਕਿ ਤੁਹਾਡੇ ਅਕੈਡਮਿਕਸ। ਸੋ ਤੁਹਾਡੇ ਅਕੈਡਮਿਕਸ ਦਾ ਕੋਈ ਲੈਣਾ ਦੇਣਾ ਨਹੀਂ ਹੈ। ਸੋ ਮਾਰਕੀਟਿੰਗ ਬਹੁਤ ਜ਼ਿਆਦਾ ਹੁੰਦੀ ਹੈ ਕਿ ਇਹ ਬਿਨਾਂ ਆਈਲੈਟਸ ਤੋਂ ਆ, ਬਿਨਾਂ ਇਹਦੇ ਟੋਫਲ ਨਹੀਂ ਚਾਹੀਦਾ, GRE GMAT SAT ਕੁਛ ਨਹੀਂ ਚਾਹੀਦਾ। ਬਟ ਫਾਈਨਲੀ ਜੋ ਮਰਜ਼ੀ ਮਾਰਕੀਟਿੰਗ ਕਰ ਲਈਏ, ਅਲਟੀਮੇਟਲੀ ਬਿਨਾਂ ਅੰਗਰੇਜ਼ੀ ਤੋਂ ਵੀਜ਼ਾ ਨਹੀਂ ਹੈਗਾ। ਸੋ ਆਈਲੈਟਸ ਨਹੀਂ ਹੈਗਾ, ਡਜ਼ਨਟ ਮੈਟਰ, ਬਟ ਤੁਹਾਡੀ ਕਮਿਊਨੀਕੇਸ਼ਨ ਇਨ ਇੰਗਲਿਸ਼ ਉਹ ਜ਼ਰੂਰ ਹੋਣੀ ਚਾਹੀਦੀ ਹੈ। ਸੋ ਅਗਰ ਤੁਹਾਡੇ ਕੋਲ ਆਇਲਸ ਦਾ ਸਕੋਰ ਹੈਗਾ ਉਹ ਪ੍ਰੈਫਰਡ ਮੋਡ ਹੈ, ਬਟ ਅਗਰ ਨਹੀਂ ਹੈਗਾ ਤੁਸੀਂ ਕਮਿਊਨੀਕੇਟ ਵਧੀਆ ਕਰ ਲੈਂਦੇ ਹੋ ਤੇ ਉਹ ਇਕੁਅਲੀ ਗੁੱਡ ਹੈ। ਸੋ ਉਹਦੇ ਨਾਲ ਤੁਹਾਡੀ ਐਪਲੀਕੇਸ਼ਨ ਦੇ ਉੱਪਰ ਕੋਈ ਵੀ ਦੂਸਰਾ ਅਸਰ ਨਹੀਂ ਪੈਂਦਾ। ਪਰ ਸਭ ਤੋਂ ਵੱਡਾ ਜਿਹੜਾ ਇੱਕ ਡਰਾਬੈਕ ਹੈ ਉਹਦੇ 'ਚ ਇੰਟਰਵਿਊ ਦਾ ਹੋਣਾ ਵੀ ਹੈ। USA ਦੀ ਇੰਟਰਵਿਊ ਤੋਂ ਸਟੂਡੈਂਟਸ ਬਹੁਤ ਹੈਜ਼ੀਟੇਟ ਕਰਦੇ ਨੇ, ਕੀ ਕਰਨਾ ਚਾਹੀਦਾ ਹੈ ਕਿ ਨਹੀਂ ਕਰਨਾ ਚਾਹੀਦਾ, ਇਹ ਤਾਂ ਅਲੱਗ ਸਵਾਲ ਹੈ। ਕਿਉਂ ਕਰਦੇ ਨੇ, ਮੈਂ ਚਾਹੂੰਗਾ ਇਹਦਾ ਵੀ ਜਵਾਬ ਤੁਸੀਂ ਦਿਓ। ਦੇਖੋ, ਅਲਟੀਮੇਟਲੀ ਜਦੋਂ ਤੁਸੀਂ ਵੀਜ਼ਾ ਆਫਿਸਰ ਦੇ ਸਾਹਮਣੇ ਗਏ, ਨਾ ਤਾਂ ਤੁਹਾਨੂੰ ਕੋਈ ਜਾਣਦਾ ਹੈ, ਨਾ ਤੁਹਾਡਾ ਰਿਸ਼ਤੇਦਾਰ ਹੈ, ਨਾ ਤੁਹਾਡੇ ਨਾਲ ਕੋਈ ਵੱਟ ਸਾਂਝੀ ਹੈ ਕਿਸੇ ਦੀ। ਸੋ ਵੀਜ਼ਾ ਆਫਿਸਰ ਨੂੰ ਤੁਹਾਡੇ ਕੇਸ ਬਾਰੇ ਕੁਛ ਆਈਡੀਆ ਨਹੀਂ। ਸੋ ਜਿੰਨੀਆਂ ਜਾਣਕਾਰੀਆਂ ਤੁਸੀਂ ਦੇ ਰਹੇ ਹੋ ਵੀਜ਼ਾ ਆਫਿਸਰ ਨੂੰ ਖੁਦ ਦੇ ਰਹੇ ਹੋ, ਆਪਣੀ ਜ਼ੁਬਾਨੀ ਦੇ ਰਹੇ ਹੋ। ਸੋ ਉਹਨਾਂ ਜਾਣਕਾਰੀਆਂ ਦੇ ਵਿੱਚੋਂ ਹੀ ਤੁਹਾਨੂੰ ਸਵਾਲ ਆਉਣੇ ਆ ਬਿਕੋਜ਼ ਇਸ ਅੰਬੈਸੀ ਦਾ ਰੂਲ ਹੈ
ਕਿ ਜਿਹੜਾ ਅੱਖਰ ਤੁਹਾਡੀ ਜ਼ੁਬਾਨ ਚੋਂ ਬਾਹਰ ਡਿੱਗਦਾ ਆ ਉਹੀ ਅਗਲਾ ਸਵਾਲ ਹੈ। ਸੋ ਤੁਸੀਂ ਬਹੁਤ ਸਾਰੇ YouTube ਦੇ ਉੱਪਰ, ਸੋਸ਼ਲ ਮੀਡੀਆ ਦੇ ਉੱਪਰ, ਲਾਈਕ ਵੈਬ ਦੇ ਉੱਪਰ ਤੁਸੀਂ ਕੁਐਸਚਨ ਆਨਸਰ ਸਰਚ ਕਰਦੇ ਹੋ, ਕੋਈ ਰਿਟਨ ਫਾਰਮੂਲਾ ਨਹੀਂ ਹੈਗਾ। ਸੋ ਵੀ ਪ੍ਰਿਪੇਅਰ ਸਟੂਡੈਂਟਸ, ਅਸੀਂ ਸਟੂਡੈਂਟਸ ਨੂੰ ਕਾਫੀ ਤਿਆਰੀ ਕਰਾਉਂਦੇ ਆ ਐਂਡ ਵੀ ਗਾਰੰਟੀ ਅੰਬੈਸੀ ਜਾਓਗੇ ਇੱਕ ਅੱਖਰ ਵੀ ਅਗਰ ਤੁਹਾਨੂੰ ਬਾਹਰੋਂ ਪੁੱਛ ਲਿਆ ਜਾਵੇ ਜਾਂ ਆਊਟ ਆਫ ਸਿਲੇਬਸ ਆ ਜਾਵੇ, ਪੋਸੀਬਲ ਨਹੀਂ ਹੋ ਸਕਦਾ। ਸੋ ਇਸੇ ਤਰੀਕੇ ਨਾਲ ਕਿਸੇ ਨੇ ਕੋਈ ਸਵਾਲ ਪੁੱਛ ਲਿਆ, ਉਹਦਾ ਜਵਾਬ ਕੀ ਹੋਣਾ, ਬਿਕਾਜ਼ ਹਰ ਬੱਚਾ ਜਿਹੜਾ ਪੇਪਰ ਦੇ ਕੇ ਆਉਂਦਾ ਉਹ ਗੱਡ ਕੇ ਆਉਂਦਾ ਹੈ। ਕਿਸੇ ਦੇ 100 ਆਉਂਦੇ ਆ, ਕਿਸੇ 33 ਆਉਂਦੇ ਆ। ਸੋ ਸਾਨੂੰ ਇਹ ਨਹੀਂ ਪਤਾ ਕਿ ਜਿਸ ਸਮਝ ਨਾਲ ਮੈਂ ਜਵਾਬ ਦਿੱਤਾ ਉਹ ਪੈਰਾਮੀਟਰਸ ਉੱਪਰ ਖਰੀ ਹੈਗੀ ਕਿ ਨਹੀਂ ਹੈਗੀ। ਸੋ ਇਸ ਅੰਬੈਸੀ 'ਚ ਅਸੀਂ ਇੱਕ ਪ੍ਰੋਫੈਸ਼ਨਲ ਜ਼ਿੰਮੇਵਾਰੀ ਲੈਂਦੇ ਹਾਂ ਕਿ ਅੰਬੈਸੀ ਜਾਓਗੇ ਹਰ ਸਵਾਲ ਸਾਡਾ ਆ ਔਰ ਉਸੇ ਤਰੀਕੇ ਨਾਲ ਹਰ ਜਵਾਬ ਸਾਡਾ ਆ। ਇੱਕ ਅੱਖਰ ਵੀ ਤੁਹਾਡੇ ਲਈ ਆਊਟ ਆਫ ਸਿਲੇਬਸ ਆਉਂਦਾ ਹੈ ਤਾਂ ਯੈਸ, ਉਹ ਸਾਡੀ ਪਰਸਨਲ ਲਾਇਬਿਲਿਟੀ ਹੈ। ਸੋ ਅਰਵਿੰਦਰ ਜੀ, ਇਹ ਸਾਰੀਆਂ ਚੀਜ਼ਾਂ ਤੋਂ ਬਾਅਦ ਤੁਹਾਨੂੰ ਲੱਗਦਾ ਕੀ ਹੈ ਕਿ ਕਿਹਨੂੰ ਜਾਣਾ ਚਾਹੀਦਾ? ਕੀ ਸਟੂਡੈਂਟ ਦਾ ਪਰਸਨਲ ਡਿਸੀਜਨ ਹੈ ਕਿ ਉਹ ਕਿਹੜੇ ਕੰਟਰੀ ਜਾਣਾ ਚਾਹੀਦਾ, ਜਾਂ ਫਿਰ ਪ੍ਰੋਫਾਈਲ ਵੀ ਮੈਟਰ ਕਰਦੇ ਨੇ? ਤੁਸੀਂ ਜਸਟੀਫਾਈ ਕਰ ਸਕਦੇ ਹੋ ਕਿ ਜਿਹਦਾ ਇਹੋ ਜਿਹਾ ਪ੍ਰੋਫਾਈਲ ਹੈ ਉਹਨੂੰ USA ਜਾ ਕੇ ਫਾਇਦਾ ਹੋਊਗਾ? ਦੇਖੋ ਦੀਪਕ ਜੀ, ਅਸਲ ਸਾਡੇ ਸਟੂਡੈਂਟਸ ਦੀ ਖੁਦ ਦੀ ਰਿਸਰਚ ਬਹੁਤ ਘੱਟ ਹੈ। ਆਈ ਮਸਟ ਸੇ ਸਾਡੇ ਸਟੂਡੈਂਟਸ ਦੀ ਰਿਸਰਚ ਬਹੁਤ ਘੱਟ ਹੈ। ਸੋ ਅਸੀਂ ਜਿਸ ਤਰੀਕੇ ਨਾਲ ਮੇਰਾ ਬੈਚ ਗਿਆ, ਮੇਰੇ ਕਲਾਸਮੇਟਸ ਗਏ, ਮੇਰੇ ਅਗਲੇ ਪਿਛਲੇ ਗਏ ਮੇਰੇ, ਸੋ ਅਸੀਂ ਸਾਰੇ ਉਸ ਤਰੀਕੇ ਨਾਲ ਉਸ ਬਿਹੇਵੀਅਰ ਦੇ ਵਿੱਚ ਫਸੇ ਹਾਂ। ਸੋ US ਦੇ ਵਿੱਚ ਉਹ ਮੁਲਕ ਨੇ ਜਿਹੜਾ ਅਸਲ 'ਚ US ਕਿਸੇ ਦੇ ਪਿਓ ਦਾ ਮੁਲਕ ਨਹੀਂ ਹੈ। US ਪੂਰੀ ਦੁਨੀਆ ਦਾ ਸਾਂਝਾ ਮੁਲਕ ਹੈ। US 100% ਇਮੀਗ੍ਰੈਂਟਸ ਦਾ ਕੰਟਰੀ ਹੈ। 100% ਲੋਕ ਬਾਹਰੋਂ ਆ ਕੇ ਵਸੇ ਨੇ। ਸੋ US ਦੀਆਂ ਇਮੀਗ੍ਰੇਸ਼ਨ ਪਾਲਿਸੀਜ਼ ਉਹ ਹਮੇਸ਼ਾ ਹੀ ਤੁਹਾਡੇ ਹਿੱਤ ਵਿੱਚ ਨੇ। ਸੋ ਬੰਦਾ ਉੱਥੇ ਪੈਰ ਪਾ ਜੇ, ਕਿਸੇ ਨੂੰ ਕੱਢਿਆ ਨਹੀਂ ਜਾ ਸਕਦਾ। ਤੁਸੀਂ ਕਦੀ ਨਹੀਂ ਸੁਣੋਗੇ ਵੀ ਕਿਸੇ ਨੂੰ US ਤੋਂ ਵਾਪਸ ਭੇਜਤਾ। ਸੋ ਇਹ ਇੰਨਾ ਮਲਟੀ ਕਲਚਰਲ, ਡਾਈਵਰਸ ਮੁਲਕ ਆ। ਸੋ ਉਹਦੇ ਉੱਪਰੋਂ ਜਿਹੜੀ ਐਜੂਕੇਸ਼ਨ ਆ ਉਹ ਓਬਵੀਅਸਲੀ ਇਹ ਦੁਨੀਆ ਦਾ ਪਹਿਲਾ ਮੁਲਕ ਆ ਜਿਹਨੂੰ ਐਜੂਕੇਸ਼ਨ ਨੂੰ ਜੰਮਿਆ, ਜਿਹਨੂੰ ਅਸੀਂ ਇੰਟਰਨੈਸ਼ਨਲ ਸਟੂਡੈਂਟਸ ਦੀ ਗੱਲ ਕਰੀਏ ਤੇ। ਸੋ ਇੰਟਰਨੈਸ਼ਨਲ ਸਟੂਡੈਂਟਸ ਦੀ ਕੈਪੀਟਲ ਹੈ। ਪੂਰੀ ਦੁਨੀਆ ਦੀਆਂ ਸਭ ਤੋਂ ਵੱਧ ਜਿਹੜੀਆਂ ਯੂਨੀਵਰਸਿਟੀਜ਼ ਉਹ ਇੱਥੇ ਨੇ। ਸੋ ਅਗਰ ਅਸੀਂ ਉਹਨੂੰ ਇੱਕ ਪਰਫੈਕਟ ਐਜੂਕੇਸ਼ਨ ਡੈਸਟੀਨੇਸ਼ਨ ਦਾ ਦਰਜਾ ਦਈਏ ਤਾਂ ਇਹਦੇ ਵਿੱਚ ਕੋਈ ਵੀ ਕਥ ਨਹੀਂ ਹੈਗੀ ਜਾਂ ਕੋਈ ਵੀ ਐਸੀ ਚੀਜ਼ ਨਹੀਂ ਜਿਹਨੂੰ ਅਸੀਂ ਨਾ ਸਮਝ ਸਕੀਏ। ਪਰ ਅਰਵਿੰਦਰ ਜੀ, ਕੀ ਇਹ ਕਹਿਣਾ ਠੀਕ ਹੈ ਕਿ ਕੈਨੇਡਾ ਨਾਲੋਂ ਸੈਟਲਮੈਂਟ ਔਖੀ ਹੈ USA? ਦੇਖੋ, ਅਲਟੀਮੇਟਲੀ ਕੈਨੇਡਾ ਆਟੋਮੇਸ਼ਨ ਦੇ ਉੱਪਰ ਹੈ, ਬਿਕਾਜ਼ ਕੈਨੇਡਾ ਦੀ ਜਿਹੜੀ ਇਮੀਗ੍ਰੇਸ਼ਨ ਦੀ ਡਿਮਾਂਡ ਹੈ ਉਹ ਬਹੁਤ ਜ਼ਿਆਦਾ ਹੈ। ਸੋ ਕੈਨੇਡਾ ਨੇ ਨੰਬਰਸ ਫਿਕਸ ਕੀਤੇ ਹੋਏ ਨੇ, ਜਦ ਕਿ US ਦੇ ਵਿੱਚ ਸਟੇਟਸ ਨੇ। ਹਰ ਸਟੇਟਸ ਦਾ ਅਲੱਗ-ਅਲੱਗ ਕ੍ਰਾਈਟੇਰੀਆ ਹੈ। ਜਿਸ ਤਰੀਕੇ ਨਾਲ ਮੈਂ ਉਹ ਕਿਹਾ ਕਿ ਤੁਸੀਂ ਸਟੂਡੈਂਟਸ ਕਿਸੇ ਵੀ ਮੁਲਕ ਜਾਂਦੇ ਹੋ, ਸੋ ਤੁਸੀਂ ਅਗਰ ਥੋੜੇ ਪੁਰਾਣੇ ਹਿਸਾਬ ਨਾਲ ਸੋਚੋ, ਸਟੂਡੈਂਟਸ ਜਾਂਦੇ ਸੀ ਬਾਹਰ ਜਾਂ ਐਜ਼ ਇਮੀਗ੍ਰੈਂਟ ਹੀ ਕਿਤੇ ਨਾ ਕਿਤੇ ਜਾਂਦੇ ਸੀ, ਔਰ ਸਭ ਦੇ ਮਨ 'ਚ ਇੱਕ ਸਵਾਲ ਹੁੰਦਾ ਸੀ ਕਿ ਯਾਰ ਇੱਥੋਂ ਤੱਕ ਜਾਂਦੇ ਆ, ਇਸ ਮੁਲਕ ਜਾਂਦੇ ਆ, ਅਗਰ ਨਹੀਂ ਕੁਝ ਹੋਊਗਾ ਤਾਂ ਗਾਂਹ ਕਿਤੇ ਨਿਕਲ ਜਾਵਾਂਗੇ। ਉਹ ਜਿਹਨੂੰ ਗਾਂਹ ਕਹਿੰਦੇ ਇਹ ਉਹ ਮੁਲਕ ਆ। ਅਗਰ ਅਸੀਂ ਕਹੀਏ ਨਾ ਕਿ ਮੈਪ ਦੇ ਉੱਪਰ ਵੀ ਵੇਖੀਏ ਤੇ ਇਹ ਅਖੀਰਲਾ ਮੁਲਕ ਆ, ਜਿੱਦਾਂ ਮੱਕਿਓਂ ਪਰੇ ਉਜਾੜ ਆ, ਮੈਪ ਤੇ ਵੀ ਇਸ ਤੋਂ ਅੱਗੇ ਦੁਨੀਆ ਨਹੀਂ ਹੈਗੀ। ਸੋ ਦਿਸ ਇਜ਼ ਦਾ ਫਾਈਨਲ ਡੈਸਟੀਨੇਸ਼ਨ। ਇੱਥੇ ਜਾ ਕੇ ਤੁਹਾਨੂੰ ਕਿਸੇ ਪਾਸੇ ਜਾਣ ਦੀ, ਸੋਚਣ ਦੀ, ਕਰਨ ਦੀ ਨਾ ਤੇ ਲੋੜ ਪੈਂਦੀ ਆ, ਨਾ ਹੀ ਇਹਦਾ ਦਾ ਥਾਟ ਪ੍ਰੋਸੈਸ ਆ। ਔਰ ਦੂਸਰੀ ਗੱਲ, PR ਦੇ ਪੈਰਾਮੀਟਰਸ ਬਹੁਤ ਹੋ ਸਕਦੇ ਆ, ਪਰ ਤੁਸੀਂ ਅੱਜ ਤੱਕ ਇੱਕ ਸਟੂਡੈਂਟ ਨਹੀਂ ਵੇਖਿਆ ਹੋਊਗਾ ਜਿਹੜਾ US ਗਿਆ ਸੀ ਔਰ ਵਾਪਸ ਮੁੜ ਆਇਆ। ਸੋ ਕੈਨੇਡਾ ਵਰਗੀ ਆਟੋਮੇਸ਼ਨ ਨਹੀਂ ਹੈ, ਬਟ ਪੋਸੀਬਿਲਿਟੀਜ਼ ਜਿਸ ਤਰੀਕੇ ਨਾਲ ਕੈਨੇਡਾ, ਤੁਸੀਂ ਚਾਹੇ ਇੰਜੀਨੀਅਰਿੰਗ ਕੀਤੀ, ਮੈਡੀਕਲ ਕੀਤਾ, ਵਟ ਐਵਰ ਯੂ ਸਟੱਡੀਡ, ਕਿਸੇ ਨਾ ਕਿਸੇ ਜ਼ਮਾਨੇ ਤੁਹਾਨੂੰ ਟਰਾਲੇ ਤੇ ਚੜ੍ਹਨਾ ਹੀ ਪੈਣਾ ਹੈ। ਸੋ ਤੁਸੀਂ ਅਵੋਇਡ ਨਹੀਂ ਕਰ ਸਕਦੇ, ਬਿਕਾਜ਼ ਜਿਹੜੀਆਂ ਜੌਬਸ ਨੇ ਉਹ ਲੇਬਰ ਕਾਈਂਡ ਆਫ ਜੌਬਸ ਨੇ। ਸੋ US ਦੇ ਵਿੱਚ ਤੁਸੀਂ ਆਪਣੇ ਕਰੀਅਰ ਸੋਚ ਸਕਦੇ ਹੋ। ਸੋ ਅੱਜ ਦੀ ਡੇਟ ਵਿੱਚ ਵੀ ਤੁਸੀਂ ਅਗਰ ਦੁਨੀਆ ਦੇ ਸਭ ਤੋਂ ਵੱਧ ਹਾਈਐਸਟ ਜਿਹੜੇ ਲੋਕ ਅਰਨ ਕਰਦੇ ਨੇ ਉਹ ਸਾਡੇ IT ਵਾਲੇ ਲੋਕ ਨੇ। ਪੂਰੀ ਦੁਨੀਆ ਦੀਆਂ ਜਿਹੜੀਆਂ IT ਕੰਪਨੀਜ਼ ਦੀ ਉਹਨਾਂ ਦੇ CEO ਕਿੱਥੋਂ ਦੇ ਨੇ? ਅੱਜ ਕੱਲ੍ਹ ਇੰਡੀਆ ਦੇ ਨੇ। ਸੋ US ਦੇ ਵਿੱਚ ਜਿੰਨੇ ਇੰਡੀਅਨਸ ਨੇ, ਇੱਕ ਰਿਕਾਰਡ ਹੈ ਕਿ ਪੂਰੀ ਅਮਰੀਕਾ ਦੇ ਵਿੱਚ ਜਿਹੜੀ ਸਭ ਤੋਂ ਵੱਧ ਜਿਹੜੇ ਸਟੂਡੈਂਟਸ, ਜਿਹੜੇ ਗ੍ਰੈਜੂਏਟਸ ਨੇ, ਜਿਹੜੀ ਕਮਿਊਨਿਟੀ ਸਭ ਤੋਂ ਵੱਧ ਗ੍ਰੈਜੂਏਟਸ ਦੀ ਆ ਉਹ ਇੰਡੀਅਨਸ ਦੀ ਹੈ। ਔਰ ਇੰਡੀਅਨਸ ਦੀ ਜਿਹੜੀ ਪਰ ਕੈਪੀਟਾ ਇਨਕਮ ਹੈ ਉੱਥੇ ਲੋਕਲਸ ਨਾਲੋਂ ਡਬਲ ਹੈ। ਸੋ ਇਹ ਐਸੇ ਪੈਰਾਮੀਟਰਸ ਨੇ ਜਿਹੜੇ ਸਟੂਡੈਂਟਸ ਲਈ ਇੱਕ ਐਸੀ ਜਗ੍ਹਾ ਦੀ ਤੁਹਾਨੂੰ ਜਗ੍ਹਾ ਦੱਸਦੇ ਨੇ ਕਿ ਜਿਹਦੇ ਕੰਪੈਰੀਜ਼ਨ ਦੇ ਉੱਪਰ ਹੀ ਕੋਈ ਨਹੀਂ ਹੈਗਾ। ਤੁਸੀਂ ਇਹਨੂੰ ਕਿਸੇ ਨਾਲ ਕੰਪੇਅਰ ਨਹੀਂ ਕਰ ਸਕਦੇ। ਔਰ ਅਗਰ ਵੀਜ਼ਿਆਂ ਦੀ ਦੁਨੀਆ ਦੀ ਗੱਲ ਕਰੀਏ, ਵਾਂਸ ਯੂ ਹੈਵ ਦਿਸ, ਤੁਹਾਨੂੰ ਲੱਗਦਾ ਕਿ ਤੁਹਾਡੇ ਕੋਲ US ਦੇ ਉੱਪਰ ਤੁਹਾਡੇ ਕੋਲ ਪਾਸਪੋਰਟ ਉੱਪਰ US ਦਾ ਵੀਜ਼ਾ ਹੋਏਗਾ ਤੇ ਦੁਨੀਆ ਦਾ ਕੋਈ ਮੁਲਕ ਤੁਹਾਨੂੰ ਵੀਜ਼ਾ ਦੇਣ ਤੋਂ ਇਨਕਾਰ ਕਰ ਸਕਦਾ ਹੈ। ਬਹੁਤ ਸਾਰੇ ਕੰਟਰੀਜ਼ ਤੁਹਾਡਾ ਔਨ ਅਰਾਈਵਲ ਵੀਜ਼ਾ ਸ਼ੁਰੂ ਹੋ ਜਾਂਦਾ ਹੈ। ਸੋ US ਦੀ ਤਾਕਤ ਅਲੱਗ ਹੈ, ਇਕਨੋਮਿਕ ਸਟਰੈਂਥ ਅਲੱਗ ਹੈ, ਔਰ US ਦੀ ਜਿਹੜੀ ਅਸੈਪਟੈਂਸ ਹੈ ਇਹ ਇਕਲੌਤਾ ਮੁਲਕ ਹੈ। ਤੁਸੀਂ ਅੱਜ ਇੱਕ ਬੱਚੇ ਦਾ ਜਨਮ ਹੋਇਆ US ਵਿੱਚ, ਚਾਹੇ ਉਹਦੇ ਪੇਰੈਂਟਸ ਚੋਰ ਸੀ, ਸਾਧ ਸੀ, ਚਾਹੇ ਇਮੀਗ੍ਰੈਂਟ ਸੀ, ਚਾਹੇ ਕ੍ਰਿਮੀਨਲ ਸੀ, ਉਹ ਬੱਚੇ ਨੂੰ ਅਨਕੰਡੀਸ਼ਨਲੀ US ਦੀ ਸਿਟੀਜ਼ਨਸ਼ਿਪ ਹੈ।
ਸੋ ਇਦਾਂ ਦੇ ਲਾਅ ਤੁਸੀਂ ਪੂਰੀ ਦੁਨੀਆ 'ਚ ਕਿਤੇ ਨਹੀਂ ਵੇਖ ਸਕਦੇ। ਸੋ ਤਾਂ ਹੀ ਕਹਿ ਰਹੇ ਪੂਰੀ ਦੁਨੀਆ ਦਾ ਇੱਕ ਸਾਂਝਾ ਮੁਲਕ ਹੈ। ਅਰਵਿੰਦਰ ਜੀ, ਸਪਾਊਸ ਦੀ ਵੀ ਗੱਲ ਕਰਦੇ ਆ। ਜਿਹੜੇ ਸਪਾਊਸ ਨੂੰ ਨਾਲ ਲਿਜਾਣਾ ਚਾਹੁੰਦੇ ਨੇ, USA ਕਿੰਨਾ ਕੁ ਸੌਖਾ ਜਾਂ ਔਖਾ ਹੈ? ਜਿਹੜਾ ਪ੍ਰੋਸੈਸ ਹੈ ਉਹ ਕਿੰਨਾ ਕੁ ਕੰਪਲਿਕੇਟਿਡ ਹੈ? US ਦੇ ਵਿੱਚ ਬੇਸਿਕਲੀ ਸਟੂਡੈਂਟਸ ਦੇ F1 ਵੀਜ਼ਾ ਹੁੰਦਾ, ਵਿਚ ਇਜ਼ ਬੇਸਿਕਲੀ 5 ਸਾਲ ਦਾ ਵੀਜ਼ਾ ਹੁੰਦਾ। ਚਾਹੇ ਤੁਹਾਡੀ ਐਜੂਕੇਸ਼ਨ ਦੀ ਡਿਊਰੇਸ਼ਨ ਇਟਸ ਵੈਦਰ ਇਟਸ 1 ਈਅਰ ਔਰ ਵੈਦਰ ਇਟਸ 4 ਈਅਰ। ਸੋ ਵੀਜ਼ਾ ਅਨਕੰਡੀਸ਼ਨਲੀ ਤੁਹਾਨੂੰ ਸ਼ੁਰੂ 'ਚ 5 ਸਾਲ ਦਾ ਮਿਲ ਜਾਂਦਾ ਹੈ। ਔਰ ਸਪਾਊਸ ਦਾ ਵੀਜ਼ਾ ਨਾਲ ਹੀ ਅਪਲਾਈ ਕਰ ਸਕਦੇ ਹੋ, ਦੋਨੋਂ ਜਣੇ ਇਕੱਠੇ ਵੀਜ਼ਾ ਆਫਿਸਰ ਦੇ ਸਾਹਮਣੇ ਅਪੀਅਰ ਹੋ ਸਕਦੇ ਆ। ਸੋ F2 ਕੈਟਾਗਰੀ ਆ, ਸੇਮ ਉਹਦੀ ਵੀ I-20 ਆਉਂਦੀ ਹੈ। ਸੋ ਜਿਹੜਾ ਸਟੂਡੈਂਟ ਅਪਲਾਈ ਕਰੇਗਾ 2 I-20s ਰਹੇਗਾ। ਸੋ ਇਹ ਤੁਸੀਂ ਇਕੱਠੇ ਅਪੀਅਰ ਹੋ ਸਕਦੇ, ਇਕੱਠੇ ਵੀਜ਼ਾ ਆਫਿਸਰ ਨੂੰ ਇੰਟਰਵਿਊ ਕਰ ਸਕਦੇ ਹੋ। ਹਾਂ, ਕਈ ਵਾਰੀ ਅਗਰ ਤੁਹਾਡਾ ਸਪਾਊਸ ਬਹੁਤ ਜ਼ਿਆਦਾ ਕਮਿਊਨੀਕੇਟ ਨਹੀਂ ਕਰਦਾ, ਤੁਸੀਂ ਅਲੱਗ-ਅਲੱਗ ਵੀ ਕਰ ਸਕਦੇ ਹੋ। ਸੋ ਇਟ ਇੰਟਾਇਰਲੀ ਤੁਹਾਡਾ ਆਪਣਾ ਡਿਸੀਜਨ ਹੈ। ਬਾਕੀ ਇਸ ਅੰਬੈਸੀ ਨੂੰ ਇਸ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਇਕੱਠੇ ਅਪੀਅਰ ਕਰੋ ਜਾਂ ਤੁਸੀਂ ਅਲੱਗ-ਅਲੱਗ ਅਪੀਅਰ ਕਰੋ। ਸੋ ਖਰਚੇ ਦੀ ਵੀ ਗੱਲ ਕਰ ਲੈਂਦੇ ਆ ਜੀ। ਕਿਹੜੇ ਮੇਜਰ ਪੋਰਸ਼ਨ ਹੁੰਦੇ ਨੇ ਜਿਹਦੇ ਇਨਵੈਸਟਮੈਂਟ ਹੁੰਦੀ ਹੈ, ਤੇ ਅਪੁਆਇੰਟਮੈਂਟ ਦਾ ਜਿਹੜਾ ਇੱਕ ਸਿਨਾਰੀਓ ਹੈ, ਮੈਂ ਸੁਣਿਆ ਕਿ ਅਪੁਆਇੰਟਮੈਂਟ ਹੀ ਨਹੀਂ ਪਹਿਲਾਂ ਤਾਂ ਈਜ਼ੀਲੀ ਮਿਲ ਰਹੀ। ਬਹੁਤ ਸਾਰੇ ਤੁਸੀਂ ਅੱਜ ਵੀ ਦੇਖੋਗੇ, ਅਗਰ ਤੁਸੀਂ ਕੇਸ ਕਦੇ ਫਾਈਲ ਵੀ ਕੀਤਾ ਹੋਏਗਾ, ਤੁਹਾਨੂੰ ਤੁਹਾਡੇ ਕੰਸਲਟੈਂਟਸ ਕਹਿਣਗੇ ਤੁਹਾਡੀਆਂ ਅਪੁਆਇੰਟਮੈਂਟਸ ਪੇਡ ਨੇ। ਸੋ US ਦੀਆਂ ਅਪੁਆਇੰਟਮੈਂਟਸ ਕਦੀ ਵੀ ਪੇਡ ਨਹੀਂ ਹੁੰਦੀਆਂ, ਇਟਸ ਆਲ ਫ੍ਰੀ। ਸੋ US ਕਦੀ ਅਪੁਆਇੰਟਮੈਂਟਸ ਨਾ ਤੇ ਸੈੱਲ ਹੋ ਸਕਦੀਆਂ, ਨਾ ਇੱਦਾਂ ਦੇ ਮੈਕੈਨਿਜ਼ਮ ਨੇ ਕਿ ਜਿਹੜੇ ਕੋਈ ਇਹਨਾਂ ਨੂੰ ਬ੍ਰੇਕ ਕਰ ਸਕੇ। ਸੋ ਇਟਸ ਆਲ ਫ੍ਰੀ। US ਦੇ ਵਿੱਚ ਫ੍ਰੀ ਅਪੁਆਇੰਟਮੈਂਟਸ ਨੇ। ਸੋ ਮਈ ਦੇ ਵਿੱਚ ਅਪੁਆਇੰਟਮੈਂਟਸ ਹੋਈਆਂ ਨੇ। ਸੋ ਮਈ ਦੇ ਵਿੱਚ ਵੀ ਹੈਵ ਲੋਟ ਆਫ ਸਟੂਡੈਂਟਸ ਜਿਨ੍ਹਾਂ ਦੇ ਵੀਜ਼ਾਸ ਹੋਏ ਨੇ। ਦਸੰਬਰ ਦੇ ਵਿੱਚ ਵੀ ਹੈਡ ਵੀਜ਼ਾਸ। ਦਸੰਬਰ ਤੋਂ ਬਾਅਦ ਸਾਡੇ ਕੋਲ ਮਈ ਤੱਕ ਦਾ ਜਿਹੜਾ ਸੈਕਸ਼ਨ ਆ, ਇਹਦੇ ਵਿੱਚ ਅੰਬੈਸੀ ਬੰਦ ਰਹੀ ਸੀ। ਸੋ ਨਾਓ ਇਟ ਇਜ਼ ਅਗੇਨ ਲਾਈਕ ਇਟ ਹੈਜ਼ ਰਿਜ਼ਿਊਮ ਸਰਵਿਸਿਜ਼। ਸੋ ਹੁਣ ਵੀਜ਼ਾਸ ਲਗਾਤਾਰ ਆ ਰਹੇ ਨੇ ਔਰ ਅਪੁਆਇੰਟਮੈਂਟਸ ਦੀ ਇਸ ਟਾਈਮ ਕੋਈ ਪ੍ਰੋਬਲਮ ਨਹੀਂ ਹੈਗੀ, ਬਿਕੋਜ਼ US ਨੇ ਪ੍ਰਾਇਓਰਟਾਈਜ਼ ਕੀਤਾ ਹੋਇਆ। ਸੋ ਕੁਝ ਸਰਵਿਸਿਜ਼ ਰੋਕੀਆਂ ਨੇ, ਜਿਸ ਤਰੀਕੇ ਨਾਲ ਕਿ ਇਸ ਟਾਈਮ ਤੁਸੀਂ ਵਿਜ਼ਟਰਸ ਦੀ ਅਪੁਆਇੰਟਮੈਂਟਸ ਤੁਹਾਨੂੰ ਨਹੀਂ ਮਿਲ ਰਹੀਆਂ। ਵਿਜ਼ਟਰ ਦੀਆਂ ਅਪੁਆਇੰਟਮੈਂਟ ਸੈਪਟੰਬਰ 'ਚ ਜਾ ਕੇ ਦੇਣਗੇ ਔਰ ਮਿਡ ਜੁਲਾਈ ਤੋਂ ਮਿਲਣੀਆਂ ਸ਼ੁਰੂ ਹੋਣਗੀਆਂ ਔਰ ਸੈਪਟੰਬਰ ਦੇ ਵਿੱਚ ਜਾ ਕੇ ਅਪੁਆਇੰਟਮੈਂਟਸ ਤੁਹਾਨੂੰ ਜਿਹੜੀਆਂ ਅੰਬੈਸੀ ਅਪੀਅਰ ਹੋ ਸਕਦੇ ਹੋ। ਪਰ F ਕੈਟਾਗਰੀ ਹੈ, M ਕੈਟਾਗਰੀ ਹੈ ਔਰ J ਕੈਟਾਗਰੀ ਹੈ। F1, M1, J1 ਇਹਨਾਂ ਤਿੰਨੇ ਕੈਟਾਗਰੀਜ਼ ਦੇ ਉੱਪਰ ਅਪੁਆਇੰਟਮੈਂਟਸ ਓਪਨ ਨੇ। ਸੋ ਇਹਦੇ 'ਚ ਕੋਈ ਵੀ ਪ੍ਰੋਬਲਮ ਨਹੀਂ ਹੈਗੀ। ਜੀ, ਗੱਲ ਕਰਦੇ ਹਾਂ ਇਕਨੋਮਿਕਸ ਦੀ। ਕਿੰਨਾ ਕੁ ਖਰਚਾ ਆਉਂਦਾ ਤੇ ਕੀ ਵੇਰੀ ਕਰਦਾ ਹੈ? ਡਿਪਲੋਮਾ ਕਰ ਰਹੇ ਹੋ, ਡਿਗਰੀ ਕਰ ਰਹੇ ਹੋ, ਯੂਨੀਵਰਸਿਟੀ ਜਾ ਰਹੇ ਹੋ, ਕਿਹੜੇ ਪ੍ਰੋਵਿੰਸ ਜਾ ਰਹੇ ਹੋ, ਇਹ ਸਾਰੀਆਂ ਚੀਜ਼ਾਂ ਨਾਲ ਫਰਕ ਪੈਂਦਾ? ਸੋ ਜਨਰਲੀ ਤੁਸੀਂ US ਜਾਂਦੇ ਹੋ, US ਦੇ ਵਿੱਚ ਜਿਹੜੀਆਂ ਯੂਨੀਵਰਸਿਟੀਜ਼ ਨੇ, ਕਾਲ ਹੈ ਸਾਡੇ ਕੋਲ ਸ਼ਾਇਦ ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ। ਹਾਂਜੀ, ਹੁਕਮ ਸਰ ਕਰੋ। ਮੈਂ ਨਾ ਆਪਣੀ ਅਨਮੋਲ ਗੱਲ ਕਰ ਰਿਹਾ ਜੀ। ਮੈਂ ਜੀ ਨਾ UK ਦੀ ਪ੍ਰੋਫਾਈਲ ਦੇ ਬਾਰੇ ਡਿਸਕਸ ਕਰਨਾ ਸੀਗਾ ਸਰ। ਜੀ ਹੁਕਮ ਕਰੋ। ਸਰ ਮੈਂ ਨਾ BA ਕੀਤੀ ਹੈ ਕਿ 2018 ਦੇ ਵਿੱਚ ਜੀ, ਤੇ ਉਹਦੇ ਬਾਅਦ ਮੇਰਾ ਵਰਕ ਐਕਸਪੀਰੀਅੰਸ ਹੈਗਾ ਭਾਜੀ L&D ਦੇ ਵਿੱਚ। ਓਕੇ। ਤੇ ਭਾਜੀ IELTS ਦੇ ਵਿੱਚ ਮੇਰਾ ਸਕੋਰ ਹੈਗਾ ਭਾਜੀ 5.5 ਓਵਰਆਲ। ਹਾਂ। ਤੇ ਬਾਕੀ ਮੋਡਿਊਲਸ ਦੇ ਵਿੱਚ ਮਤਲਬ ਨਾਟ ਲੈਸ ਦੈਨ 5.5। ਹਾਂ, ਅਗਰ ਤੁਹਾਡੇ ਕੋਲ ਮਿਨੀਮਮ ਜਿਹੜਾ 5.5 ਹੈਗਾ ਆ ਤੇ ਤੁਹਾਡੀ ਅਸੈਪਟੈਂਸ ਹੋ ਸਕਦੀ ਹੈ। ਭਾਜੀ ਮੇਰੀ ਜਿਹੜੀ +2 ਸੀਗੀ ਉਹਦੇ ਵਿੱਚ CBSE ਬੋਰਡ ਤੋਂ ਮੈਂ ਕੀਤੀ ਆ ਤੇ ਉਹਦੇ ਵਿੱਚ ਮੇਰੇ 90% ਹੈਗੇ ਇੰਗਲਿਸ਼ ਦੇ ਵਿੱਚ। ਦੈਟਸ ਪਰਫੈਕਟ। ਤੁਹਾਡੀ UK ਦੇ ਵਿੱਚ ਐਜੂਕੇਸ਼ਨ ਹੋ ਸਕਦੀ ਹੈ। ਸੋ ਯੂ ਕੈਨ ਅਪਲਾਈ ਟੂ ਅ UK ਯੂਨੀਵਰਸਿਟੀ। ਔਰ UK ਯੂਨੀਵਰਸਿਟੀਜ਼ ਦੇ ਵਿੱਚ ਅੱਜ ਕੱਲ੍ਹ ਇੱਕ ਚੀਜ਼ ਬੜੀ ਕਾਮਨ ਹੈ ਕਿ UK ਦੇ ਵਿੱਚ ਪਹਿਲਾਂ ਕਿਸੇ ਟਾਈਮ ਸਭ ਨੂੰ ਲੱਗਦਾ ਕਿ ਸੈਟਲਮੈਂਟਸ ਨਹੀਂ ਹੈਗੀਆਂ। ਸੋ ਅੱਜ ਕੱਲ੍ਹ ਦੇ UK ਦੇ ਵਿੱਚ ਬਹੁਤ ਸਾਰੀਆਂ ਸੈਟਲਮੈਂਟਸ ਨੇ। ਸੋ ਅਪਲਾਈ ਕਰ ਸਕਦੇ ਹੋ ਤੁਸੀਂ ਆਪਣਾ ਕੇਸ। ਠੀਕ ਹੈ ਸਰ। ਭਾਜੀ ਸੈਪਟੈਂਬਰ ਇਨਟੇਕ ਮੈਨੂੰ ਮਿਲ ਸਕਦਾ? ਸੈਪਟੰਬਰ ਲਈ ਸੀਟਸ ਓਪਨ ਨੇ ਹਾਲੇ। ਇਸ ਮਹੀਨੇ ਤੱਕ ਜਿਹੜੀਆਂ ਸੈਪਟੰਬਰ ਦੀਆਂ ਸੀਟਸ ਮਿਲਦੀਆਂ ਰਹਿਣਗੀਆਂ। ਔਰ ਜਿਹੜੀਆਂ ਬਿਕੋਜ਼ ਆਫਰਸ ਹੈ ਇੱਥੇ ਤੁਹਾਨੂੰ 2 ਵੀਕ ਲੱਗ ਜਾਂਦੇ ਨੇ ਯੂਨੀਵਰਸਿਟੀ ਦਾ ਆਫਰ ਲੈਣ ਨੂੰ। ਸੋ ਕੁਇਕਲੀ ਅਪਲਾਈ ਕਰੋ ਤਾਂ ਕਿ ਤੁਸੀਂ ਇਸ ਸਮੇਂ ਦੇ ਵਿੱਚ ਆਪਣੀ ਐਪਲੀਕੇਸ਼ਨ ਪਾ ਸਕੋ। ਤੇ ਸਰ ਤੁਹਾਡਾ ਹੈੱਡ ਆਫਿਸ ਕਿੱਥੇ ਆ? ਜਲੰਧਰ ਆਫਿਸ ਤੁਸੀਂ ਵਿਜ਼ਿਟ ਕਰ ਸਕਦੇ ਹੋ ਜਾਂ ਤੁਸੀਂ ਸੁਲਤਾਨਪੁਰ ਆਫਿਸ ਆ ਸਕਦੇ ਹੋ। ਓਕੇ, ਥੈਂਕ ਯੂ ਸਰ। ਓਕੇ, ਸ਼ੁਕਰੀਆ। ਸੋ ਅਰਵਿੰਦਰ ਜੀ, UK ਦੀ ਕਾਲ ਸੀ ਤਾਂ UK ਤੇ ਵੀ ਗੱਲ ਕਰਦੇ ਆ। ਸੈਟਲਮੈਂਟ ਸਭ ਤੋਂ ਵੱਡਾ ਸਵਾਲ ਹੈ UK ਨੂੰ ਲੈ ਕੇ। ਜੇ ਕੋਈ ਡਾਊਟ ਹੈ ਸਭ ਤੋਂ ਵੱਡਾ ਤਾਂ ਉਹ ਸੈਟਲਮੈਂਟ। UK ਦੇ ਸੈਟਲਮੈਂਟ ਬੇਸਿਕਲੀ ਇਸ ਸਮੇਂ ਦੇ ਵਿੱਚ ਨਹੀਂ ਹੈਗਾ ਮਸਲਾ। ਸਾਡੇ ਸਟੂਡੈਂਟਸ ਨੂੰ ਜਾਂ ਸਾਡੀ ਜਿਹੜੀ ਸੋਸ਼ਲ ਸੈਟਅਪ ਹੈ ਬੇਸਿਕਲੀ ਅਸੀਂ 2010 ਦੇ ਵਿੱਚ ਲਾਸਟ ਸਟੂਡੈਂਟਸ ਗਏ ਸੀ ਔਰ ਬਹੁਤ ਸਾਰੇ ਸਟੂਡੈਂਟਸ ਦੇ ਕਾਲਜਸ ਬੰਦ ਹੋਏ ਸੀ। ਇਸ ਕਰਕੇ ਅਸੀਂ ਸਾਈਕੋਲੋਜੀਕਲੀ ਇੱਕ ਥਾਟ ਪ੍ਰੋਸੈਸ ਦੇ ਵਿੱਚ ਫਸੇ ਹਾਂ ਕਿ UK ਦੇ ਵਿੱਚ PR ਨਹੀਂ ਹੈਗੀ। ਸੋ ਬ੍ਰੈਗਜ਼ਿਟ ਤੋਂ ਬਾਅਦ 1 ਜਨਵਰੀ ਨੂੰ ਇੱਕ ਨਵਾਂ ਕਾਨੂੰਨ ਬਣਿਆ। 1 ਜਨਵਰੀ 21 ਨੂੰ ਇੱਕ ਕਾਨੂੰਨ ਬਣਿਆ ਜਿਹਦੇ ਵਿੱਚ ਕਿ ਇਹ ਕਿਹਾ ਗਿਆ ਕਿ ਹੁਣ ਪੁਆਇੰਟ ਬੇਸਡ ਇਮੀਗ੍ਰੇਸ਼ਨ ਕੈਨੇਡਾ ਦਾ ਫਾਰਮੂਲਾ UK ਨੇ ਵੀ ਅਡਾਪਟ ਕਰ ਲਿਆ। ਸੋ ਤੁਹਾਨੂੰ 25,600 ਪਾਉਂਡ ਦੀ ਅਗਰ ਜੌਬ ਮਿਲਦੀ ਹੈ ਐਨੂਅਲ, ਵਿਚ ਇਜ਼ ਵੈਰੀ ਮਚ ਲਾਈਕ ਅਫੋਰਡੇਬਲ
ਔਰ ਇਹ ਹੁਣ ਬੜੀ ਆਸਾਨੀ ਨਾਲ ਮਿਲ ਜਾਂਦੀ ਹੈ। ਤੇ ਤੁਸੀਂ ਆਪਣੀ ਇੰਡੈਫੀਨਿਟ ਸਟੇ ਪਾ ਸਕਦੇ ਹੋ, ਆਪਣੀ ਸੈਟਲਮੈਂਟ ਪਾ ਸਕਦੇ ਹੋ, ਔਰ ਇਹ ਜੌਬ ਬੇਸਡ ਹੈ ਬੇਸਿਕਲੀ। ਸੋ ਐਜੂਕੇਸ਼ਨ ਲਓ, ਉਸ ਤੋਂ ਬਾਅਦ 2 ਸਾਲ ਦਾ ਤੁਹਾਡੇ ਕੋਲ ਵਰਕ ਪਰਮਿਟ ਹੈ, ਔਰ ਉਸ ਤੋਂ ਬਾਅਦ ਉਸ ਵਰਕ ਪਰਮਿਟ ਦੇ ਨਾਲ ਤੁਸੀਂ ਆਪਣੀ ਸੈਟਲਮੈਂਟ ਪਾ ਸਕਦੇ ਹੋ। ਸਾਡੇ ਕੋਲ ਅਗੇਨ ਕਾਲ ਆ। ਸਤਿ ਸ਼੍ਰੀ ਅਕਾਲ सर सर जी जी, हुक्म करो। सर मैं आपको शो लाइव शो देख रहा हूँ जी जी और मैं राजस्थान से बोल रहा हूँ सर। एक मुझे यूके के रिगार्डिंग कुछ क्वेरी है जी जानना सर, चाहता हूँ। जी जी पूछिए। सर यूके में जो है ना मेरा 12th में से 71% है और इंग्लिश में हमारा 71%, ठीक है। ओके और मैंने आइल्स का एग्जाम दिया है, उसमें 6.5 नॉट लेस देन 5.5 है, ठीक है। और सर मुझे मेरा बैचलर जो हुआ है वो मैं बीएससी साइंस किया हूँ, ठीक है, फिजिक्स में। ओके, बीएससी इन व्हाट? बीएससी किया हूँ सर, फिजिक्स ऑनर्स किया हूँ, फिजिक्स ऑनर्स। ओके, बीएससी नॉन मेडिकल का। हाँ, नॉन मेडिकल कैंडिडेट हूँ मैं सर, और Right. मेरा 69% है मेरा राइट, पासिंग ईयर है 2020, ठीक है। बिल्कुल परफेक्ट है, ऑल गुड। हाँ जी सर, तो मेरा क्वेश्चन था कि 2020 से 22 के बीच का गैप है मेरा, तो अभी मैं कुछ नहीं किया हूँ, मैं उसमें आइल्स का प्रिपरेशन नहीं किया हूँ बस। तो सर मुझे यूनिवर्सिटी वहाँ मिल सकती है? अच्छा, मुझे मास्टर्स कौन से कोर्स के लिए मिल जाएगी सर? सर बेसिकली यू कैन गो फॉर एमएससी ਦੇ ਕਾਫੀ ਸਾਰੇ ਤੈਨੂੰ ਮਿਲ ਜਾਣਗੀਆਂ। एमएससी मिल जाएगी और एमएससी ਤੋਂ ਬਾਅਦ ਤੈਨੂੰ एमबीए भी मिल जाएगी। सो दोनों प्रोग्राम्स अवेलेबल ने। और व्हाट वाज योर सेकंड क्वेश्चन? सर एमएससी और एमबीए सर मिल जाएगी मुझे? एमबीए, यस एमबीए मिल जाएगी। यस, एंड यू आस्क्ड अबाउट गैप आल्सो। यस सर, हाँ सर, मेरा 2 साल का गैप है, 2020 के बाद 2022 चल रहा है। मैं इसमें कुछ नहीं किया, बस आइल्स किया हूँ बस, उसके अलावा कुछ नहीं किया हूँ। तो उसके लिए क्या करना पड़ेगा मुझे? सर बेसिकली यूके डू नॉट माइंड योर गैप। बेसिकली यूके एंड यूएसए दोनों ऐसे कंट्री हैं कि ਜਿਹੜੇ ਤੁਹਾਡੀ ਅਗਰ ਸਟੂਡੈਂਟਸ ਮੈਚੁਰ ਸਟੂਡੈਂਟਸ ਨੇ, ਅਗਰ ਸਟੂਡੈਂਟਸ ਕੋਲ ਕਾਫੀ ਗੈਪ ਵੀ ਹੈ ਤਾਂ ਵੀ ਮਾਈਂਡ ਨਹੀਂ ਕਰਦੇ। ਸੋ ਕਿਸੇ ਵੀ ਯੂਜ਼ਫੁਲ ਐਕਟੀਵਿਟੀ ਤੁਸੀਂ ਇਨਵੋਲਵ ਦਿਖਾ ਸਕਦੇ ਹੋ, ਨਹੀਂ ਤਾਂ ਉਸ ਸਮੇਂ ਨੂੰ ਤੁਸੀਂ ਆਪਣੀ ਰਿਸਰਚ ਦਿਖਾ ਸਕਦੇ ਹੋ, ਉਸ ਸਮੇਂ 'ਚ ਕੋਈ ਕੰਮ ਕੀਤਾ ਦਿਖਾ ਸਕਦੇ ਹੋ, ਨਹੀਂ ਤਾਂ ਯੂ ਆਰ ਲੁਕਿੰਗ ਫॉर ਸਮਥਿੰਗ ਇਹ ਵੀ ਦਿਖਾ ਸਕਦੇ ਹੋ। ਸੋ ਡਜ਼ਨਟ मैटर। सर ये मेरे प्रोफाइल के लिए कौन सा कंट्री बेस्ट रहेगा, यूएसए या यूके? सर बेसिकली दोनों कंट्रीज बहुत अच्छे ने। यूके ਦੇ ਯੂ ਹੈਵ ਐਡਵਾਂਟੇਜ ਕਿ ਤੁਹਾਨੂੰ ਜਿਹੜੀ ਮਿਨੀਮਮ ਐਜੂਕੇਸ਼ਨ ਕਰਨੀ ਪਏਗੀ। ਸੋ यूके आफ्टर ग्रेजुएशन यू कैन स्टडी फॉर जस्ट 1 ईयर एंड यू विल बी एलिजिबल फॉर 2 years ऑफ वर्क परमिट। सो ਤੁਹਾਡੇ ਕੋਲ 3 ਸਾਲ ਇਹੀ ਨੇ। ਸੋ ਵਿਦ ਅ ਜੌਬ, ਵਨਸ ਯੂ ਹੈਵ ਜੌਬ ਔਰ ਉਹਦੇ ਨਾਲ ਤੁਹਾਡੀ ਪੀਆਰ ਪੋਸੀਬਲ ਹੈ। ਐਂਡ यूके ਦੀ ਇੱਕ ਸਭ ਤੋਂ ਜਿਹੜੀ ਜ਼ਬਰਦਸਤ ਚੀਜ਼ ਆ ਜਿਹੜੀ ਮੋਸਟ ਆਫ ਸਟੂਡੈਂਟਸ ਨੂੰ ਹਾਲੇ ਤੱਕ ਨਹੀਂ ਪਤਾ, यूके यूनिवर्सिटीज दे आर 1000 years ओल्ड, राइट। कोई 1200 साल पुरानी है, कोई 1500 साल पुरानी है, कोई 500 साल पुरानी है। सो एक लेगेसी है एजुकेशन दैट दे आर कैरिंग। सो यूके यूनिवर्सिटीज की जिहड़ी सक्सेस आ इन प्लेसमेंट वो 93% है। सो मोस्ट और क्वेश्चन था सर, जैसे मैं अप्लाई करता हूँ, आपका लाइव शो में देख रहा हूँ, तो अप्लाई करूँ मैं कितने दिन में ऑफर लेटर मेरे पास आ जाएंगे सर? इट इज गोइंग टू टेक अबाउट 2 weeks। 2 week ਦਾ ਸਮਾਂ ਲੱਗ ਜਾਂਦਾ ਹੈ ਇਹਦੇ ਵਿੱਚ, ਰਾਈਟ। ਸੋ ਤੁਸੀਂ ਆਪਣੇ ਡਾਕੂਮੈਂਟ WhatsApp ਕਰ ਸਕਦੇ ਹੋ ਇਸੇ ਨੰਬਰ ਤੇ ਐਂਡ ਵਿਲ ਗੈਟ ਬੈਕ ਟੂ ਯੂ। ठीक है सर, मैं आपको डॉक्यूमेंट सेंड करता हूँ, फिर मैं आगे कंटिन्यू करता हूँ सर। ओके डियर, थैंक यू। ओके, वेलकम सर। ਰਵਿੰਦਰ ਜੀ, ਯੂਕੇ ਬਾਰੇ ਮੈਂ ਮੈਚੁਰ ਸਟੂਡੈਂਟ ਨਾਲ ਜੁੜੀ ਜ਼ਰੂਰ ਇਨਫੋਰਮੇਸ਼ਨ ਲੈਣਾ ਚਾਹੂੰਗਾ, ਜਿਨ੍ਹਾਂ ਨੂੰ ਹੁਣ ਲੱਗ ਰਿਹਾ ਕਿ ਨਹੀਂ ਇੰਡੀਆ ਤੋਂ ਬਾਹਰ ਪੋਸੀਬਿਲਿਟੀਜ਼ ਜ਼ਿਆਦਾ ਸੀ, ਪਰ ਉਹਨਾਂ ਨੂੰ 5-7-10 ਸਾਲ ਹੋ ਗਏ ਜੌਬ ਕਰਦਿਆਂ, ਪ੍ਰੋਫਾਈਲ ਵਧੀਆ ਆ, ਕੰਟੀਨਿਊਟੀ ਬਣੀ ਹੋਈ ਆ, ਉਹਨਾਂ ਵਾਸਤੇ ਕੀ ਪੋਸੀਬਿਲਿਟੀ ਹੈ ਤੇ ਉੱਥੇ ਜਾ ਕੇ ਕੀ ਈਜ਼ੀਲੀ ਉਹ ਐਡਜਸਟ ਕਰ ਪਾਉਂਦੇ ਨੇ? ਦੇਖੋ ਦੀਪਕ ਜੀ, ਅਗਰ ਦੁਨੀਆ ਦੇ ਸਭ ਤੋਂ ਸੋਹਣੇ ਮੁਲਕਾਂ ਦੀ ਗੱਲ ਕਰੀਏ ਤਾਂ ਯੂਕੇ ਉਹਨਾਂ ਦੇ ਵਿੱਚੋਂ। ਬੇਸਿਕਲੀ ਸਾਡੇ ਸਟੂਡੈਂਟਸ ਨੂੰ ਨਹੀਂ ਆਈਡੀਆ, ਕੈਨੇਡਾ ਵਰਗੇ ਹਾਲੇ ਡਿਵੈਲਪਿੰਗ ਕੰਟਰੀ ਨੇ, ਆਸਟ੍ਰੇਲੀਆ ਹਾਲੇ ਡਿਵੈਲਪਿੰਗ ਕੰਟਰੀ ਹੈ। ਸੋ ਸਟੂਡੈਂਟਸ ਨੂੰ ਪੀਆਰ ਦੀਆਂ ਦਿੱਕਤਾਂ ਨੇ। ਸੋ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਕਿਤੇ ਨਾ ਕਿਤੇ ਆ ਕੇ ਫਸਦੀਆਂ ਨੇ। ਸੋ ਯੂਕੇ ਯੂਨੀਵਰਸਿਟੀਜ਼ ਦੀ ਜਿਹੜੀ ਮੈਂ ਹੁਣੇ ਆਪਾਂ ਗੱਲ ਕਰ ਰਹੇ ਸੀ ਕਿ ਜਿਹੜੀ ਪਲੇਸਮੈਂਟ ਦੀ ਗੱਲ ਹੈ, ਸੋ ਚਾਹੇ ਸਾਡੇ ਬੱਚੇ ਇੰਜੀਨੀਅਰ ਬਣ ਜਾਣ, ਡਾਕਟਰ ਬਣ ਜਾਣ, ਇਹਨਾਂ ਪੀਆਰ ਵਾਲੇ ਕੰਟਰੀਜ਼ ਜਿਹਨੂੰ ਅਸੀਂ ਇਸ ਤਰੀਕੇ ਨਾਲ ਪ੍ਰਮੋਟ ਕਰਦੇ ਹਾਂ, ਉੱਥੇ ਜਾ ਕੇ ਲੇਬਰ ਵਾਲੀਆਂ ਜੌਬਸ ਕਰਦੇ ਆ। ਜਦਕਿ ਜਿਹੜਾ ਇਹ ਵਾਲਾ ਮੁਲਕ ਹੈ ਯੂਕੇ ਦੇ ਵਿੱਚ, ਅਗਰ ਤੁਸੀਂ ਆਪਣੇ ਕਰੀਅਰ ਨੂੰ ਫੋਕਸ ਕਰਨਾ ਚਾਹੁੰਦੇ, ਇਫ ਯੂ ਵਾਂਟ ਕਿ ਤੁਸੀਂ ਆਪਣੇ ਕਰੀਅਰ ਨੂੰ ਜੋ ਪੜ੍ਹਿਆ ਹੈ ਉਹਦੇ ਨਾਲ ਤੁਹਾਡਾ ਕਰੀਅਰ ਬਣੇ, ਮੈਂ ਇੱਕ ਡਾਟਾ ਸ਼ੇਅਰ ਕਰ ਰਿਹਾ ਕਿ 90 ਤੋਂ 93% ਯੂਨੀਵਰਸਿਟੀਜ਼ ਦੀ ਪਲੇਸਮੈਂਟ ਦੇ ਜਿਹੜੇ ਸਕਸੈਸ ਆ ਕਿ ਜਿਹੜੇ ਸਟੂਡੈਂਟਸ ਨੇ ਇੱਕ ਡਿਗਰੀ ਕੀਤੀ ਔਰ ਉਸੇ ਪਾਸੇ ਨੂੰ ਆਪਣਾ ਕਰੀਅਰ ਫੋਲੋ ਕੀਤਾ, ਇਹ ਪੂਰੀ ਦੁਨੀਆ 'ਚ ਹੋਰ ਕਿਤੇ ਨਹੀਂ ਹੈਗਾ।
ਸੋ ਜਿਹੜੇ ਸਟੂਡੈਂਟਸ ਤੇ ਐਜੂਕੇਸ਼ਨ ਨੂੰ ਕੈਰੀ ਔਨ ਕਰਨਾ ਚਾਹੁੰਦੇ ਹੋ, ਜਿਹੜੇ ਸਟੂਡੈਂਟਸ ਸੈਟਲਮੈਂਟਸ ਆਪਣੇ ਕਰੀਅਰ ਦੇ ਹਿਸਾਬ ਨਾਲ ਸੋਚਦੇ ਨੇ, US ਤੇ UK ਤੋਂ ਇਲਾਵਾ ਉਹਨਾਂ ਲਈ ਦੂਸਰੀ ਕੋਈ ਜਗ੍ਹਾ ਨਹੀਂ ਹੈਗੀ, ਔਰ ਨਾ ਹੀ ਇੱਦਾਂ ਦਾ ਕੋਈ ਥਾਟ ਪ੍ਰੋਸੈਸ ਆ ਕਿ ਕੋਈ ਇਸ ਤੋਂ ਬਿਹਤਰ ਮੁਲਕ ਹੋਵੇ। ਪੂਰੀ ਦੁਨੀਆ ਦਾ ਪਾਵਰ ਸੈਂਟਰਿਕ ਇੰਗਲੈਂਡ ਰਿਹਾ ਆ। ਸੋ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਵਰਗੇ ਮੁਲਕ ਇਹਨਾਂ ਨੇ ਪੈਦਾ ਕੀਤੇ ਨੇ। ਸੋ ਪੂਰੀ ਦੁਨੀਆ ਦਾ ਧਿਆਨ ਆਸੇ-ਪਾਸੇ ਰਵੇ ਔਰ ਇੱਧਰ ਰਸ਼ ਨਾ ਰਵੇ। ਪੂਰੇ ਯੂਰਪ ਦੀ ਇਹ ਪਾਲਿਸੀ ਰਹੀ ਹੈ, ਜਦਕਿ ਪੂਰੇ ਯੂਰਪ ਨੇ ਪੂਰੀ ਦੁਨੀਆ ਨੂੰ ਇਨਵੇਡ ਕੀਤਾ ਹੋਇਆ ਸੀ। ਔਰ ਇੱਕ ਸਮਾਂ ਇੱਦਾਂ ਦਾ ਆਇਆ ਕਿ UK ਨੇ ਇਹ ਡਿਸਾਈਡ ਕੀਤਾ ਕਿ ਅਸੀਂ ਹੌਲੀ-ਹੌਲੀ ਮੁਲਕ ਲਿਬਰੇਟ ਕਰਨੇ ਆ। World War II ਤੋਂ ਬਾਅਦ ਡਿਸਾਈਡ ਕੀਤਾ ਕਿ ਅਸੀਂ ਮੁੜ ਕੇ ਜੰਗ ਨਹੀਂ ਕਰਨੀ। ਸੋ ਆਪਣੀ ਐਜੂਕੇਸ਼ਨ ਦੇ ਉੱਪਰ ਇੰਨਾ ਜ਼ੋਰ ਦਿੱਤਾ ਕਿ ਅਸੀਂ ਆਪਣੀ ਐਜੂਕੇਸ਼ਨ ਦੇ ਵਿੱਚ ਪਿਟੀਨੈਸ, ਪੋਲਾਈਟਨੈਸ, ਕਮਿਊਨੀਕੇਸ਼ਨ, ਸੋ ਉਹਦੇ ਉੱਪਰ ਜ਼ਿਆਦਾ ਜ਼ੋਰ ਦੇਣਾ। ਸੋ ਇਸੇ ਕਰਕੇ ਤੁਸੀਂ ਕਿਸੇ ਬ੍ਰਿਟਿਸ਼ਰ ਨੂੰ, ਸਾਡੇ ਆਪਣੇ ਦੇਸੀ ਬ੍ਰਿਟਿਸ਼ਰ ਨੂੰ ਵੀ ਮਿਲੋਗੇ ਤਾਂ ਤੁਹਾਡੇ ਨਾਲ ਗੱਲ ਕਰਦਾ ਮਤਲਬ 1 ਮਿੰਟ ਗੱਲ ਕਰੂਗਾ ਦੇ ਵਿੱਚ 100 ਵਾਰੀ ਸੌਰੀ ਥੈਂਕ ਯੂ ਕਹਿ ਜਾਂਦਾ ਹੈ। ਸੋ ਇਹ ਉਸ ਜਗ੍ਹਾ ਦੀ ਤਾਕਤ ਹੈ, ਇਹ ਉਸ ਲੈਗੇਸੀ ਦਾ ਕੈਰੀ ਔਨ ਜਿਹੜਾ ਅਸੀਂ ਕੀਤਾ ਪਿਆ, ਇਹ ਉਹਦੀ ਤਾਕਤ ਹੈ। ਸੋ ਸਾਡੀ ਚੌਥੀ ਪੀੜ੍ਹੀ ਆ ਇਸ ਟਾਈਮ ਜਿਹੜੀ ਉੱਥੇ ਸੈਟਲ ਹੋਈ ਪਈ ਆ। ਔਰ ਪੂਰੀ ਦੁਨੀਆ ਨੂੰ, ਜਿੱਦਾਂ ਅਸੀਂ ਕਿਹਾ ਸੀ ਨਾ ਕਿ ਵਲਾਇਤ ਜਾਣਾ, ਕਿਸੇ ਜ਼ਮਾਨੇ 'ਚ ਅੱਖਰ ਮਸ਼ਹੂਰ ਹੋਇਆ ਕਰਦਾ ਸੀ ਕਿ ਵਲਾਇਤ ਜਾਣਾ, ਵਲਾਇਤ ਇਸ ਮੁਲਕ ਨੂੰ ਕਹਿੰਦੇ ਆ। ਸੋ ਬਾਕੀ ਮੁਲਕ ਬਾਅਦ 'ਚ ਜੰਮੇ ਨੇ, ਬਾਅਦ 'ਚ ਪੈਦਾ ਹੋਏ ਨੇ। ਸੋ ਜਿਹੜਾ ਪਹਿਲਾ ਵਲਾਇਤ ਜਿਹਦੇ ਨਾਲ ਸਾਡਾ ਬਾਹਰ ਜੁੜਿਆ, ਜਿਹਦੇ ਨਾਲ ਸਾਡੇ ਲੋਕਾਂ ਦੀ ਤਰੱਕੀ ਜੁੜੀ, ਉਹ ਇਹ ਵਾਲਾ ਵਲਾਇਤ ਹੈ। ਔਰ ਆਬਵੀਅਸਲੀ ਇਹ ਇਸ ਟਾਈਮ ਮੌਕਾ ਹੈ ਤੁਹਾਡੇ ਕੋਲ ਉੱਥੇ ਜਾ ਕੇ ਸੈਟਲ ਹੋਣ ਦਾ। ਸੋ ਡੋਂਟ ਮਿਸ ਦਿਸ ਓਪਰਚੁਨਿਟੀ। ਸੋ ਸਟੂਡੈਂਟਸ, ਅਰਵਿੰਦਰ ਜੀ ਕੋਲ ਖਜ਼ਾਨਾ ਆ ਨੌਲੇਜ ਦਾ, ਆਪਣੇ 22 ਸਾਲ ਦੇ ਐਕਸਪੀਰੀਅੰਸ ਦਾ। ਲਗਾਤਾਰ ਬਾਕੀ ਆਉਣ ਵਾਲੇ ਐਪੀਸੋਡਸ ਦੇ ਵਿੱਚ ਵੀ ਤੁਹਾਡੇ ਨਾਲ ਸ਼ੇਅਰ ਕਰਦੇ ਰਵਾਂਗੇ। ਸ਼ੋਅ ਦੇਖਣ ਲਈ ਬਹੁਤ ਬਹੁਤ ਧੰਨਵਾਦ। ਕੋਈ ਜੇ ਸਵਾਲ ਰਹਿ ਗਿਆ ਤਾਂ 92 168 92 168 ਤੇ ਕਾਲ ਕਰ ਸਕਦੇ ਹੋ। ਧੰਨਵਾਦ। ਸਤਿ ਸ਼੍ਰੀ ਅਕਾਲ।